Dear student, today we are going to discuss the remaining part of the orbital speed of the satellite. ਫਸਟ ਪਾਰਟ ਦੇ ਵਿੱਚ ਅਸੀਂ orbital speed ਬਾਰੇ ਆਪਾਂ ਡਿਸਕਸ ਕੀਤਾ ਸੀ। ਉਹਦਾ ਜਿਹੜਾ ਇੱਕ ਫਾਰਮੂਲਾ ਸੀ ਉਹ ਵੀ ਅਸੀਂ ਡਰਾਈਵ ਕੀਤਾ ਕਿ orbital speed of a satellite is given by under root gm over r plus h. What is h? It is the height of the satellite from the surface of earth. Satellite earth ਦੇ surface ਤੋਂ ਕਿੰਨਾ ਦੂਰ ਹੈ ਉਹਦੀ ਹਾਈਟ ਜਿਹੜੀ ਸਾਡੇ ਕੋਲ h ਹੈ। And what is r plus h? It is the radius of the orbit of the satellite. ਜਿਹੜਾ ਸੈਟਲਾਈਟ ਘੁੰਮਦਾ ਪਿਆ ਉਹਦਾ ਆ ਸਾਡਾ ਆ ਗਿਆ ਰੇਡੀਅਸ ਤੇ ਕੈਪੀਟਲ R is the radius of the earth. ਇਹ ਪਹਿਲੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਜੇਕਰ ਸੈਟਲਾਈਟ ਅਰਥ ਦੇ ਅਰਾਊਂਡ ਰਿਵੋਲਵ ਕਰ ਰਿਹਾ ਹੈ ਤੇ ਇਹਦਾ ਮਤਲਬ ਹੈ ਕਿ ਉਹਨੂੰ ਸੈਂਟਰੀਪੀਟਲ ਫੋਰਸ ਮਿਲੀ ਹੋਈ ਹੈ ਤੇ ਉਹ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਿੰਨੇ ਕੀਤੀ ਸੀਗੀ? That centripetal force is provided by the gravitational force of attraction between the satellite and the earth. Now today we are going to find out the time period of the satellite. ਅੱਜ ਅਸੀਂ ਸੈਟੇਲਾਈਟ ਦਾ ਅਰਥ ਦੇ ਅਰਾਊਂਡ ਟਾਈਮ ਪੀਰੀਅਡ ਅਸੀਂ ਫਾਈਂਡ ਕਰਨਾ ਹੈ। What is time period? ਇਹ ਤੁਸੀਂ ਆਲਰੇਡੀ ਜਾਣਦੇ ਹੋ ਕਿ ਇੱਕ ਚੱਕਰ ਪੂਰਾ ਕਰਨ ਦੇ ਵਿੱਚ ਜਿੰਨਾ ਉਹਨੂੰ ਟਾਈਮ ਲੱਗੇਗਾ, ਕਿਹਨੂੰ? ਸੈਟੇਲਾਈਟ ਨੂੰ। ਇੱਕ ਚੱਕਰ ਕੰਪਲੀਟ ਕਰਨ ਦੇ ਵਿੱਚ ਜਿੰਨਾ ਟਾਈਮ ਲੱਗੇਗਾ ਉਹਨੂੰ ਅਸੀਂ ਬੋਲਦੇ ਹਾਂ ਟਾਈਮ ਪੀਰੀਅਡ ਤੇ ਇਹਨੂੰ ਅਸੀਂ ਡਿਨੋਟ ਕਰਦੇ ਹਾਂ। ਇਹਨੂੰ ਹਮੇਸ਼ਾ ਹੀ ਅਸੀਂ ਕੈਪੀਟਲ T ਦੇ ਨਾਲ ਜਿਹੜਾ ਹੈ ਡਿਨੋਟ ਕਰਨਾ ਹੈ। ਆਓ ਪਹਿਲਾਂ ਇਹਦੀ ਅਸੀਂ ਡੈਫੀਨੇਸ਼ਨ ਦੇਖੀਏ। It is the time taken. It is the time taken by satellite to complete one revolution around the earth. Earth ਦੇ around ਇੱਕ ਚੱਕਰ ਪੂਰਾ ਕਰਨ ਦੇ ਲਈ ਜਿੰਨਾ ਉਹਨੂੰ ਟਾਈਮ ਲੱਗੇਗਾ that is called time period. ਉਹੀਓ ਟਾਈਮ ਪੀਰੀਅਡ ਜਿਹੜਾ ਹੈ ਅੱਜ ਅਸੀਂ ਫਾਈਂਡ ਆਊਟ ਕਰਨ ਜਾ ਰਹੇ ਹਾਂ। ਨਾਓ ਸਭ ਨਾਲੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਆਹ ਡਾਇਗਰਾਮ ਜਿਹੜੀ ਹੈ ਫਿਰ ਪਿੱਛੇ ਵੀ ਅਸੀਂ ਬਣਾਈ ਸੀ ਕਿ ਇਹ ਸਾਡੇ ਕੋਲ ਅਰਥ ਦਾ ਸੈਂਟਰ ਉਹ ਤੇ ਸੈਟੇਲਾਈਟ ਜਿਹੜਾ ਹੈ ਅਰਥ ਦੇ ਅਰਾਊਂਡ ਗ੍ਰੈਵੀਟੇਸ਼ਨਲ ਫੀਲਡ ਦੇ ਅੰਦਰ ਜਿਹੜਾ ਹੈ ਉਹਦੇ ਅਰਾਊਂਡ ਸਰਕਲ ਦੇ ਵਿੱਚ ਕੀ ਕਰ ਰਿਹਾ? ਮੂਵ ਕਰ ਰਿਹਾ ਹੈ। ਤੇ ਇਹ ਵਾਲੀ ਜਿਹੜੀ ਵੈਲੋਸਿਟੀ ਦਾ ਬੇਟਾ ਜਿਹੜਾ ਫਾਰਮੂਲਾ ਹੈ ਇਹ ਤੁਹਾਨੂੰ ਜ਼ੁਬਾਨੀ ਯਾਦ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਬੇਟਾ ਟਾਈਮ ਪੀਰੀਅਡ ਜਿਹੜਾ ਹੈ ਕੈਲਕੂਲੇਟ ਕਰ ਸਕਾਂਗੇ। ਪਹਿਲਾਂ ਇਹਨੂੰ ਤੁਸੀਂ ਆਪਣੇ ਮਾਈਂਡ 'ਚ ਰੱਖ ਲਓ ਕਿ ਆਰਬਿਟਲ ਸਪੀਡ ਇਜ਼ ਗਿਵਨ ਬਾਈ ਅੰਡਰ ਰੂਟ gm ਓਵਰ r ਪਲੱਸ h ਤੇ ਬੇਟਾ ਅਸੀਂ ਇੱਥੇ gm ਦੀ ਵੈਲਿਊ ਵੀ ਚੇਂਜ ਕੀਤੀ ਸੀ। ਯਾਦ ਕਰੋ ਸਮਾਲ g ਦੀ ਜਿਹੜਾ ਫਾਰਮੂਲਾ ਹੁੰਦਾ ਹੈ small g is equal to gm over r square। ਇਥੋਂ ਅਸੀਂ ਵੈਲਿਊ gm ਦੀ ਨਿਕਾਲ ਕੇ ਇੱਥੇ ਪੁੱਟ ਕਰ ਸਕਦੇ ਹਾਂ ਤੇ gm ਦੀ ਵੈਲਿਊ ਕਿੰਨੀ ਆਂਦੀ ਹੈ? gm is equal to ਸਾਡੇ ਕੋਲ ਆਂਦਾ ਹੈ gr square। ਇਹ ਤੁਸੀਂ ਚਾਹੋ ਤੇ ਵੈਲਿਊ ਜਿਹੜੀ ਹੈ ਇੱਥੇ ਪੁੱਟ ਕਰ ਸਕਦੇ ਹੋ। ਉਹਦੇ ਅਕੋਰਡਿੰਗ ਸਾਡਾ ਜਿਹੜਾ ਹੈ ਫਾਰਮੂਲਾ ਅੱਗੇ ਆਰਬਿਟਲ ਵੈਲੋਸਿਟੀ ਦਾ ਆਰਬਿਟਲ ਸਪੀਡ ਦਾ ਉਹ ਚੇਂਜ ਹੋ ਜਾਂਦਾ। ਨਾਓ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ਪਹਿਲਾਂ ਅਸੀਂ ਆਓ ਟਾਈਮ ਪੀਰੀਅਡ ਜਿਹੜਾ ਹੈ ਨਿਕਾਲਣ ਦੀ ਕੋਸ਼ਿਸ਼ ਕਰਦੇ ਹਾਂ। ਵੀ ਨੋ ਦੈਟ ਸਾਨੂੰ ਕੀ ਪਤਾ ਬੇਟਾ? we know that speed ਦਾ ਫਾਰਮੂਲਾ distance divided by time। ਇਹ ਸਭ ਨੂੰ ਪਤਾ ਹੈ ਕਿ ਸਪੀਡ ਜਿਹੜੀ ਹੁੰਦੀ ਹੈ distance over time ਤੇ ਜੇ ਮੈਂ ਟਾਈਮ ਨਿਕਾਲਣਾ ਹੋਵੇ ਤੇ ਸਾਡੇ ਕੋਲ ਕੀ ਆ ਜਾਏਗਾ? distance ਤੇ divided by ਕੀ ਆ ਜਾਏਗੀ? ਤੁਹਾਡੇ ਕੋਲ ਸਪੀਡ ਆ ਜਾਏਗੀ। ਬੇਟਾ ਇਹ ਫਾਰਮੂਲਾ ਸਭ ਨੂੰ ਪਤਾ ਹੈ ਕਿ ਜਿਹੜੀ ਸਪੀਡ ਹੈ ਡਿਸਟੈਂਸ ਨੂੰ ਟਾਈਮ ਨਾਲ ਡਿਵਾਈਡ ਕਰਨਾ ਹੈ
ਤੇ ਜੇ ਅਸੀਂ ਟਾਈਮ ਨਿਕਾਲਣਾ ਹੈ ਤੇ ਟਾਈਮ ਦਾ ਫਾਰਮੂਲਾ ਕੀ ਆ ਜਾਏਗਾ, ਡਿਸਟੈਂਸ ਨੂੰ ਅਸੀਂ ਸਪੀਡ ਦੇ ਨਾਲ ਥੱਲੇ ਅਸੀਂ ਡਿਵਾਈਡ ਕਰ ਦੇਣਾ। ਹਾਂਜੀ ਬੇਟਾ ਕਲੀਅਰ। ਨਾਓ ਇਹੋ ਫਾਰਮੂਲਾ ਜਿਹੜਾ ਹੈ ਅਸੀਂ ਟਾਈਮ ਪੀਰੀਅਡ ਵਾਸਤੇ ਨਿਕਾਲਾਂਗੇ। ਵੀ ਨੋ ਦੈਟ टाइम पीरियड इज इक्वल टू, पहला आएगा डिस्टेंस, डिस्टेंस कवर्ड इन वन रेवोल्यूशन, एक चक्कर दे विच ओने कितना डिस्टेंस कवर किया, डिस्टेंस कवर्ड इन वन रेवोल्यूशन ते नीचे साडे कोल आ जाएगा डिवाइडेड बाय ऑर्बिटल स्पीड, क्योंकि चक्कर पूरा करने वाली जी स्पीड है डेट विल बी यूअर ऑर्बिटल, नीचे आ जाएगी साडे को स्पीड। डिस्टेंस कवर्ड इन वन रेवोल्यूशन डिवाइडेड बाय साडे को आ जाएगी ऑर्बिटल स्पीड। नाउ एक चक्कर पूरा करन दे विच कितना डिस्टेंस कवर होएगा, जदों एक चक्कर पूरा हो जाएगा तो साडे कोल जिहड़ा है वो बन जाएगा सरकमफ्रेंस। कोई भी चीज सर्कल च मूव करे, जदों एक कंप्लीट रेवोल्यूशन करती है उस डिस्टेंस नूं असीं की बोलते हैं, सरकमफ्रेंस। ते सरकमफ्रेंस जिहड़ा डिस्टेंस कवर्ड इन वन रेवोल्यूशन, इट विल बी द सरकमफ्रेंस ऑफ द रेडियस ऑफ ऑर्बिट। इहदी जगह ते लिख दांगे असीं सरकमफ्रेंस of radius, circumference of radius of orbit, circumference of radius of orbit divided by साडे कोल आ जाएगी ऑर्बिटल स्पीड। ते ऑर्बिटल स्पीड ਨੂੰ ਅਸੀਂ ਡਿਨੋਟ ਕਰਦੇ ਹਾਂ ਕਾਹਦੇ ਨਾਲ, with the help of v naught। आई थिंक ਤੁਹਾਨੂੰ ਇਸ ਤੱਕ ਕਲੀਅਰ ਹੋ ਗਿਆ। ਨਾਓ ਇਸ ਤੋਂ ਬਾਅਦ ਅਸੀਂ ਇਹਦੀ ਜਿਹੜੀ ਹੈ ਵਿੱਚ ਵੈਲਿਊ ਪੁੱਟ ਕਰਾਂਗੇ। ਨਾਓ ਟਾਈਮ ਪੀਰੀਅਡ ਇਜ਼ ਗਿਵਨ ਬਾय, ਵਾਟ ਇਜ਼ ਦਾ ਫਾਰਮੂਲਾ ਫॉर ਸਰਕਮਫਰੈਂਸ, ਸਰਕਮਫਰੈਂਸ ਦਾ ਫਾਰਮੂਲਾ 2 ਪਾਈ, ਅੱਗੇ ਕੀ ਹੁੰਦਾ r, r ਹੁੰਦਾ ਬੇਟਾ ਰੇਡੀਅਸ, ऑर्बिट ਦਾ ਆ ਰੇਡੀਅਸ ਬਣਦਾ ਹੈ ਕਿਉਂਕਿ ਦਿਸ ਇਜ਼ ਦਾ ऑर्बिट ਇਨ ਵਿਚ ਸੈਟੇਲਾਈਟ ਇਜ਼ ਰਿਵੋਲਵਿੰਗ। ਇਹ ਸੈਟੇਲਾਈਟ ਜਿਹੜਾ ਹੈ ਰਿਵੋਲਵ ਕਰ ਰਿਹਾ ਹੈ, ਇਹਦਾ ਜਿਹੜਾ ਰੇਡੀਅਸ ਆ ਬਣਦਾ ਹੈ, ਇਹ ਕਿੰਨਾ ਹੋਏਗਾ ਟੋਟਲ ਰੇਡੀਅਸ r ਤੇ ਪਲੱਸ ਕਿੰਨਾ ਆ ਜਾਏਗਾ ਸਾਡੇ ਕੋਲ h, ਇਟ ਇਜ਼ ਇਕੁਅਲ ਟੂ r ਪਲੱਸ h। ਸਰਕਮਫਰੈਂਸ ਦਾ ਫਾਰਮੂਲਾ 2 ਪਾਈ r ਤੇ r ਇਜ਼ ਅ ਰੇਡੀਅਸ, ਸਾਡਾ ਰੇਡੀਅਸ ਕਿੰਨਾ ਹੈ r ਪਲੱਸ h ਤੇ ਡਿਵਾਈਡਡ ਬਾय ਸਾਡੇ ਕੋਲ ਆ ਜਾਏਗੀ ऑर्बिटल स्पीड। ਤੇ ऑर्बिटल स्पीड ਦਾ ਫਾਰਮੂਲਾ ਅਸੀਂ ਪਹਿਲਾਂ ਵੀ ਲਿਖਿਆ ਸੀ √gm ਡਿਵਾਈਡਡ ਬਾय ਸਾਡੇ ਕੋਲ ਕਿੰਨਾ ਆਉਂਦਾ ਹੈ r ਪਲੱਸ ਸਾਡੇ ਕੋਲ ਆ ਜਾਏਗਾ h, r ਪਲੱਸ h ਆ ਜਾਏਗਾ। this is a formula for orbital speed, it is r plus h। now next step ਦੇ ਵਿੱਚ ਅਸੀਂ ਕੀ ਕਰਾਂਗੇ, in the next step time period is equal to 2 pi ਸਾਡੇ ਕੋਲ ਆ ਗਿਆ r plus h ਤੇ divided by gm ਦੀ ਅਸੀਂ ਜਿਹੜੀ ਹੈ ਵੈਲਿਊ ਪੁੱਟ ਕਰ ਦਾਂਗੇ। gm ਦੀ ਕਿੰਨੀ ਵੈਲਿਊ ਹੁੰਦੀ ਹੈ gr ਸਕੁਅਰ, ਇਹਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੀ ਇਹਦੀ ਵੈਲਿਊ ਪੁੱਟ ਕਰ ਦਿੱਤੀ gr ਸਕੁਅਰ ਤੇ ਡਿਵਾਈਡਡ ਬਾय ਸਾਡੇ ਕੋਲ ਆ ਜਾਏਗਾ r ਪਲੱਸ h ਆ ਗਿਆ। ਹਾਂਜੀ ਬੇਟਾ ਕਲੀਅਰ। ਆਹ ਵਾਲੀ ਜਿਹੜੀ ਵੈਲਿਊ ਹੈ ਇਹਨੇ ਉਲਟ ਜਾਣਾ ਹੈ, r ਪਲੱਸ h ऊपर चल जाएगा तो नीचे रह जाएगा साढ़े को gr स्क्वायर, इट विल बी इक्वल टू एक रह गया r प्लस h ए वाला ते आ अंडर रूट उल्ट गया, ऊपर जाके आ गया साढ़े कोल r प्लस h डिवाइडेड बाय साढ़े कोल आ जाएगा gr स्क्वायर। आ जिहड़ी वैल्यू है वो इनवर्स हो गई। नाउ इट इज इक्वल टू 2 पाई, ਇਹਦੀ ਪਾਵਰ ਕਿੰਨੀ ਹੈ 1, ਇਹ ਵੀ r plus h, ਇਹਦੀ ਪਾਵਰ ਕਿੰਨੀ ਹੈ 1/2। ਬੇਟਾ ਜਿਹੜਾ ਸਕੁਅਰ ਰੂਟ ਹੁੰਦਾ ਹੈ ਉਹਦਾ ਮਤਲਬ ਹੁੰਦਾ ਹੈ 1/2, ਇਹ 1
ਤੇ ਇਹ ਪਾਵਰ ਕਿੰਨੀ ਹੈ 1/2 ਤੇ 1 ਤੇ ਪਲੱਸ ਅਸੀਂ ਕਰਾਂਗੇ ਜਦੋਂ 1/2 ਨੂੰ ਸਾਡੇ ਕੋਲ ਆ ਜਾਏਗੀ 3/2 ਸਾਡੇ ਕੋਲ ਵੈਲਿਊ ਆ ਗਈ r + h ਰੇਜ਼ ਟੂ ਪਾਵਰ 3/2 बेटा बेस सेम आउंदे पावरां ऐड कर लेदियां ਇਹ 1 ਇਹਦੀ 1/2 ਕਿੰਨੀ ਹੋ ਗਈ ਟੋਟਲ 3/2 ਤੇ ਡਿਵਾਈਡਡ ਬਾय ਸਾਡੇ ਕੋਲ ਆ ਗਿਆ g √ ਤੇ r ਵਿੱਚੋਂ ਮੈਂ ਜਿਹੜਾ ਹੈ ਇਹਨੂੰ ਬਾਹਰ ਕੱਢ ਦਿੱਤਾ r ਸਕੁਅਰ ਦਾ ਸਕੁਅਰ ਰੂਟ ਕਿੰਨਾ ਆ ਗਿਆ r ਤੇ ਅੰਦਰ ਅੰਡਰ ਰੂਟ ਦੇ ਵਿੱਚ ਕੀ ਰਹਿ ਗਿਆ ਸਾਡੇ ਕੋਲ ਓਨਲੀ ਅੰਡਰ ਰੂਟ g ਰਹਿ ਗਿਆ ਹਾਂਜੀ ਬੇਟਾ ਇੱਥੋਂ ਤੱਕ ਜੇ ਤੁਹਾਨੂੰ ਸਾਰਾ ਕਲੀਅਰ ਹੈ ਹਾਂਜੀ ਠੀਕ ਨਾਓ ਇੱਕ ਅਸੀਂ ਇੱਥੇ ਕੰਡੀਸ਼ਨ ਲਗਾਵਾਂਗੇ ਇਫ ਦਾ ਸੈਟੇਲਾਈਟ ਇਜ਼ ਰਿਵੋਲਵਿੰਗ ਨੀਅਰ ਦਾ ਸਰਫੇਸ ਆਫ ਅਰਥ ਅੱਗੇ ਵੀ ਅਸੀਂ ਪੜ੍ਹੀ ਸੀ ਇਫ the satellite is revolving near if the satellite is revolving near the surface of earth then फिर की होएगा कि साडे कोल जेड़ा r plus h है it is equal to कितना आ जाएगा साडे कोल r ਜਦੋਂ ਸੈਟੇਲਾਈਟ ਅਰਥ ਦੇ ਲਾਗੇ ਲਾਗੇ ਮੂਵ ਕਰ ਰਿਹਾ ਹੈ ਫਿਰ ਅਸੀਂ ਹਾਈਟ ਨੂੰ ਜਿਹੜਾ ਹੈ ਅਸੀਂ ਨਿਗਲੈਕਟ ਕਰ ਦਾਂਗੇ ਸਾਡੇ ਕੋਲ ਕਿੰਨਾ ਰਹਿ ਜਾਏਗਾ r plus h ਉਹਦੀ ਵੈਲਿਊ ਸਾਡੇ ਕੋਲ ਰਹਿ ਜਾਏਗੀ it is equal to r ਇੱਥੇ ਅਸੀਂ r plus h ਦੀ ਜਗ੍ਹਾ ਤੇ ਅਸੀਂ r ਜਿਹੜਾ ਹੈ ਅਸੀਂ ਇੱਥੇ ਪੁੱਟ ਕਰ ਦਿੰਦੇ ਆ ਤੇ ਸਾਡੇ ਕੋਲ ਜਿਹੜੀ ਹੈ ਵੈਲਿਊ ਜਿਹੜੀ ਸਾਡੇ ਕੋਲ ਆਏਗੀ ਇੱਥੇ ਪੁੱਟ ਕਰ ਲਵਾਂਗਾ ਮੈਂ ਇੱਥੇ ਬੇਟਾ ਲਾਈਨ ਮਾਰਤੀ ਹੈ ਇਸ ਤੋਂ ਅੱਗੇ ਸਾਡੇ ਕੋਲ ਕੀ ਆਏਗਾ t ਜਿਹੜਾ ਟਾਈਮ ਪੀਰੀਅਡ ਹੈ t equal to that will be 2 pi ਇੱਥੇ r plus h ਨੂੰ ਜਸਟ r ਪੁੱਟ ਕਰ ਦੋ ਸੈਟੇਲਾਈਟ ਮੇਰਾ ਅਰਥ ਦੇ ਲਾਗੇ ਹੈ ਹਾਈਟ ਨੂੰ ਅਸੀਂ ਨੈਗਲੈਕਟ ਕਰਤਾ r ਦੀ ਪਾਵਰ ਕਿੰਨੀ ਆ ਜਾਏਗੀ ਸਾਡੇ ਕੋਲ ਸਿੰਪਲ 3/2 ਡਿਵਾਈਡਡ ਬਾਈ r ਆ ਜਾਏਗਾ ਤੇ ਅੰਡਰ ਰੂਟ ਵਿੱਚ ਕੀ ਆ ਜਾਏਗਾ ਸਾਡੇ ਕੋਲ g ਆ ਗਿਆ ਨਾਓ r ਨਾਲ ਇੱਕ r ਜਿਹੜਾ ਹੈ ਇੱਥੋਂ ਸਾਡਾ ਵਿੱਚੋਂ ਕੈਨਸਲ ਹੋ ਜਾਏਗਾ we get 2 pi ਸਿੰਪਲ ਸਾਡੇ ਕੋਲ ਜਿਹੜਾ ਹੈ r ਦੀ ਪਾਵਰ 1/2 ਡਿਵਾਈਡਡ ਬਾਈ ਅੰਡਰ ਰੂਟ g ਹਾਂਜੀ ਬੇਟਾ ਕਲੀਅਰ ਇਹ ਕਿਸ ਤਰ੍ਹਾਂ ਹੈ 3/2 ਥੱਲੇ ਕਿੰਨੀ ਪਾਵਰ ਹੈ r ਦੀ 1 ਜਦੋਂ ਉੱਪਰ ਜਾਏਗਾ 3/2 ਵਿੱਚੋਂ ਅਸੀਂ ਜਦੋਂ 1 ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਰਹਿ ਜਾਏਗਾ 1/2 and we can write it as 2 pi what is the meaning of 1/2 1/2 ਦਾ ਮਤਲਬ ਹਾਫ मतलब ਇਹਦਾ ਮਤਲਬ ਹੈ ਸਕੁਅਰ ਰੂਟ ਸਕੁਅਰ ਰੂਟ ਅਸੀਂ ਜਿਹੜਾ ਹੈ ਇੱਥੇ ਇਕੱਠੇ ਕਰ ਦਿੱਤੇ ਸਾਡੇ ਕੋਲ ਆ ਗਿਆ r/g ਦਾ ਫਾਰਮੂਲਾ ਫॉर ਟਾਈਮ ਪੀਰੀਅਡ ਦਾ ਜਿਹੜਾ ਸਾਡਾ ਫਾਰਮੂਲਾ ਹੈ ਉਹ ਕਿੰਨਾ ਆ ਗਿਆ 2 pi √r ਡਿਵਾਈਡਡ ਬਾਈ g ਇੱਥੋਂ ਤੱਕ ਬੇਟਾ ਤੁਸੀਂ ਪਹਿਲਾਂ ਦੇਖੋ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਸਾਰਾ ਕਲੀਅਰ ਹੈ Now, this is a formula for time period of satellite. ਜਿਹੜਾ ਸੈਟੇਲਾਈਟ ਅਰਥ ਦੇ ਵੈਰੀ ਨੀਅਰ ਜਿਹੜਾ ਹੈ ਉਹ ਰਿਵੋਲਵ ਕਰ ਰਿਹਾ ਹੈ ਨਾਓ ਜੇਕਰ ਅਸੀਂ ਇਸ ਫਾਰਮੂਲੇ ਦੇ ਵਿੱਚ r ਦੀ ਵੈਲਿਊ ਅਸੀਂ ਪੁੱਟ ਕਰ ਦਿੰਨੇ ਆ ਸਾਨੂੰ ਪਤਾ ਹੈ ਰੇਡੀਅਸ ਆਫ ਅਰਥ ਇਟ ਇਜ਼ ਗਿਵਨ ਬਾय 6400 ਕਿਲੋਮੀਟਰ ਇਹਦੀ ਵੈਲਿਊ ਅਸੀਂ ਮੀਟਰ ਦੇ ਵਿੱਚ ਕਨਵਰਟ ਕਰਕੇ 6.4 into 10⁻6 ਮੀਟਰ ਪੁੱਟ ਕਰ ਦਈਏ g ਦੀ ਵੈਲਿਊ 9.8 ਅਸੀਂ ਪੁੱਟ ਕਰ ਦਿੰਨੇ ਆ ਪਾਈ ਦੀ ਵੈਲਿਊ ਆਲਰੇਡੀ ਤੁਹਾਨੂੰ ਪਤਾ ਹੈ 22/7 ਇਹ ਜਦੋਂ ਅਸੀਂ ਸਾਰੀ ਵੈਲਿਊਜ਼ ਜਿਹੜੀਆਂ ਇਹਦੇ ਵਿੱਚ ਪੁੱਟ ਕਰ ਦਈਏ ਤੇ ਸਾਡੇ ਕੋਲ ਜਿਹੜਾ ਹੈ ਟਾਈਮ ਪੀਰੀਅਡ ਦੀ ਜਿਹੜੀ ਸਾਡੀ ਵੈਲਿਊ ਆਉਂਦੀ ਹੈ 84.6 ਮਿੰਟ ਅਸੀਂ ਇਹਨੂੰ ਮਿੰਟ ਦੇ ਵਿੱਚ ਜਿਹੜਾ ਕਨਵਰਟ ਕਰ ਲਿਆ ਪਹਿਲਾ ਆਨਸਰ ਤੁਹਾਡਾ ਜਿਹੜਾ ਸੈਕੰਡ ਚ ਆਏਗਾ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜਾ ਹੈ 60 ਨਾਲ ਡਿਵਾਈਡ ਕਰਕੇ ਉਹਦੇ ਅਸੀਂ ਜਿਹੜੇ ਨੇ ਮਿੰਟ ਬਣਾਏ ਨੇ ਸਾਡੇ ਕੋਲ ਜਿਹੜਾ ਹੈ 84.6 ਮਿੰਟ ਇਹ ਜੇ ਸਾਡਾ ਟਾਈਮ ਪੀਰੀਅਡ ਜਿਹੜਾ ਸੈਟੇਲਾਈਟ ਅਰਥ ਦੇ ਬਿਲਕੁਲ ਨੀਅਰ ਜਿਹਦੀ ਅਸੀਂ ਹਾਈਟ ਨੂੰ ਨੈਗਲੈਕਟ ਕਰ ਦਿੱਤਾ ਜਿਹੜਾ ਸੈਟੇਲਾਈਟ ਅਰਥ ਦੇ ਲਾਗੇ ਲਾਗੇ ਜਿਹੜਾ ਮੂਵ ਕਰੇਗਾ ਉਹ ਇੱਕ ਚੱਕਰ ਪੂਰਾ ਕਰਨ ਦੇ ਵਿੱਚ 84 ਸਾਡੇ ਕੋਲ ਜਿਹੜਾ ਹੈ 6
ਮਿੰਟ ਜਿਹੜੇ ਨੇ ਉਹ ਲਏਗਾ 84.6 ਮਿੰਟ। ਬੇਟਾ 1 ਘੰਟੇ ਦੇ ਵਿੱਚ ਹੋ ਗਏ ਤੁਹਾਡੇ ਕੋਲ 60 ਮਿੰਟ, ਤੇ ਉਸ ਤੋਂ ਉੱਤੇ ਲਾ ਲਓ ਤੁਸੀਂ 20 ਹੋਰ ਲਗਾ ਲੈਣੇ। ਕਹਿਣ ਦਾ ਮਤਲਬ ਹੈ ਕਿ 1 ਘੰਟਾ ਤੇ ਤੁਹਾਡੇ ਕੋਲ 24 ਮਿੰਟ ਇਹਦੇ ਵਿੱਚ ਇੱਕ ਚੱਕਰ ਜਿਹੜਾ ਹੈ ਪੂਰਾ ਕਰ ਸਕਦਾ ਹੈ ਸੈਟੇਲਾਈਟ। ਪਰ ਸ਼ਰਤ ਇੱਕੋ ਹੀ ਹੈ, that satellite should revolve very near to the surface of earth। ਹਾਂਜੀ ਬੇਟਾ ਇਹ ਫਾਰਮੂਲਾ ਤੁਸੀਂ ਯਾਦ ਕਰਨਾ ਹੈ 2 ਪਾਈ ਅੰਡਰ ਰੂਟ r over g। ਆਓ ਇਸ ਫਾਰਮੂਲੇ ਨੂੰ ਅਸੀਂ ਜਿਹੜਾ ਹੈ ਫਰਦਰ ਅਸੀਂ ਚੇਂਜ ਕਰਨ ਲੱਗੇ ਹਾਂ ਇਨ ਟਰਮ ਆਫ ਡੈਂਸਿਟੀ। ਫਾਰਮੂਲੇ ਨੂੰ ਅਸੀਂ ਬੇਟਾ ਡੈਂਸਿਟੀ ਦੇ ਰੂਪ ਦੇ ਵਿੱਚ ਜਿਹੜਾ ਹੈ ਅਸੀਂ ਹੁਣ ਇਹਨੂੰ ਚੇਂਜ ਕਰਨ ਲੱਗੇ ਹਾਂ। ਹੁਣ ਮੈਂ ਹੈਡਿੰਗ ਪਾ ਦੇਣਾ ਹੈ ਟਾਈਮ ਪੀਰੀਅਡ ਇਨ ਟਰਮ ਆਫ, ਕਿਸ ਰੂਪ ਦੇ ਵਿੱਚ? ਟਾਈਮ ਪੀਰੀਅਡ ਇਨ ਟਰਮ ਆਫ ਡੈਂਸਿਟੀ। ਟਾਈਮ ਪੀਰੀਅਡ ਬੇਟਾ ਹੁਣ ਅਸੀਂ ਨਿਕਾਲਾਂਗੇ ਡੈਂਸਿਟੀ ਦੇ ਰੂਪ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਜਿਹੜਾ ਹੁਣ ਅਸੀਂ ਟਾਈਮ ਪੀਰੀਅਡ ਨਿਕਾਲਣ ਲੱਗੇ ਹਾਂ। ਵੀ ਹੈਵ ਸਾਡੇ ਕੋਲ ਜਿਹੜਾ ਫਾਰਮੂਲਾ ਕਿਹੜਾ ਹੈ? ਟਾਈਮ ਪੀਰੀਅਡ ਇਜ਼ ਇਕੁਅਲ ਟੂ 2 ਪਾਈ ਅੰਡਰ ਰੂਟ r ਓਵਰ g। ਮੈਂ ਉਹ ਸੈਟੇਲਾਈਟ ਲੈ ਰਿਹਾ ਜਿਹੜਾ ਅਰਥ ਦੇ ਲਾਗੇ ਹੈ। ਮੈਂ ਹਾਈਟ ਨੂੰ ਨੈਗਲੈਕਟ ਕਰ ਦਿੱਤਾ ਹੈ, ਸਾਰਾ ਹਾਈਟ ਵਿੱਚ ਮੈਂ ਬੇਟਾ ਛੱਡਤੀ ਸੀ। ਇਹ ਉਹ ਕੰਡੀਸ਼ਨ ਲੈ ਕੇ ਜਾ ਰਹੇ ਹਾਂ। ਟਾਈਮ ਪੀਰੀਅਡ ਦਾ ਫਾਰਮੂਲਾ 2 ਪਾਈ ਅੰਡਰ ਰੂਟ r ਓਵਰ g। ਬਟ ਸਮਾਲ g ਦੀ ਵੈਲਿਊ ਬੇਟਾ ਸਭ ਨੂੰ ਪਤਾ ਹੈ, g ਦੀ ਵੈਲਿਊ ਸਾਡੇ ਕੋਲ ਕਿੰਨੀ ਹੈ? gm ਡਿਵਾਈਡਡ ਬਾਈ ਸਾਡੇ ਕੋਲ ਕਿੰਨਾ ਹੈ? r ਸਕੁਅਰ। ਵਿੱਚੋਂ ਅਸੀਂ ਜਿਹੜਾ ਹੈ ਇੱਥੇ ਇਹਦੀ ਵੈਲਿਊ ਜਿਹੜੀ ਪਹਿਲਾਂ ਆਪਾਂ ਇੱਥੇ ਪੁੱਟ ਕਰ ਦਿੰਦੇ ਹਾਂ। therefore ਟਾਈਮ ਪੀਰੀਅਡ ਇਜ਼ ਇਕੁਅਲ ਟੂ, ਟਾਈਮ ਪੀਰੀਅਡ ਕਿਹਦੇ ਇਕੁਅਲ ਆਏਗਾ? ਸਾਡੇ ਕੋਲ ਆ ਗਿਆ ਇੱਥੇ ਆ ਗਿਆ ਸਾਡੇ ਕੋਲ 2 ਪਾਈ ਤੇ ਅੰਡਰ ਰੂਟ r ਦਾ r ਡਿਵਾਈਡਡ ਬਾਈ g ਦੀ ਜਗ੍ਹਾ ਦੇ ਉੱਤੇ ਅਸੀਂ ਪਹਿਲਾਂ ਅੰਡਰ ਰੂਟ ਥੋੜਾ ਵੱਡਾ ਕਰ ਲਓ ਕਿਉਂਕਿ g ਦੀ ਵੈਲਿਊ ਪੁੱਟ ਕਰਨੀ ਹੈ। ਸਾਡੇ ਕੋਲ ਆ ਗਿਆ gm ਓਵਰ r ਸਕੁਅਰ। gm ਸਾਡੇ ਕੋਲ ਓਵਰ r ਸਕੁਅਰ, ਤੇ r ਸਕੁਅਰ ਜਿਹੜਾ ਹੈ ਉੱਪਰ ਚਲਾ ਗਿਆ। ਇਟ ਵਿਲ ਬਿਕਮ 2 ਪਾਈ ਅੰਡਰ ਰੂਟ, ਉੱਪਰ ਆ ਗਿਆ r ਕਿਊਬ ਤੇ ਥੱਲੇ ਆ ਗਿਆ ਸਾਡੇ ਕੋਲ ਕਿੰਨਾ ਆ ਗਿਆ ਸਾਡਾ gm। ਅਸੀਂ g ਦੀ ਵੈਲਿਊ ਜਿਹੜੀ ਹੈ ਇਹਦੇ ਵਿੱਚ ਅਸੀਂ ਪੁੱਟ ਕਰ ਦਿੱਤੀ ਆ ਵੈਲਿਊ ਉੱਪਰ ਚਲ ਗਈ r ਸਕੁਅਰ ਇਨਟੂ r, ਸਾਡੇ ਕੋਲ ਕਿੰਨਾ ਹੋ ਗਿਆ r ਕਿਊਬ। ਨਾਓ ਇਸ ਤੋਂ ਬਾਅਦ ਟਾਈਮ ਪੀਰੀਅਡ ਇਜ਼ ਇਕੁਅਲ ਟੂ ਸਾਡੇ ਕੋਲ ਆ ਗਿਆ ਬੇਟਾ 2 ਪਾਈ ਅੰਡਰ ਰੂਟ, ਇਹ ਆ ਗਿਆ r ਕਿਊਬ ਡਿਵਾਈਡਡ ਬਾਈ g ਮਲਟੀਪਲਾਈ। ਹੁਣ ਅਸੀਂ ਮਾਸ ਨੂੰ ਚੇਂਜ ਕਰਾਂਗੇ ਕਿਉਂਕਿ ਬੇਟਾ ਅਸੀਂ ਡੈਂਸਿਟੀ ਦੇ ਵਿੱਚ ਜਾਣਾ ਹੈ। ਮਾਸ ਦਾ ਫਾਰਮੂਲਾ ਵੋਲਿਊਮ ਇਨਟੂ ਡੈਂਸਿਟੀ। ਮਾਸ ਦਾ ਫਾਰਮੂਲਾ ਵੋਲਿਊਮ ਇਨਟੂ ਡੈਂਸਿਟੀ। ਵੋਲਿਊਮ ਦਾ ਫਾਰਮੂਲਾ ਕਿੰਨਾ ਹੋ ਗਿਆ? 4 ਓਵਰ 3 ਪਾਈ r ਕਿਊਬ ਤੇ ਇਨਟੂ ਡੈਂਸਿਟੀ ਕਿੰਨੀ ਆ ਗਈ ਸਾਡੇ ਕੋਲ? ਰੋ ਆ ਗਈ। ਹਾਂਜੀ ਇਹ ਕਾਹਦਾ ਵੋਲਿਊਮ ਹੈ? ਅਰਥ ਦਾ। ਮਾਸ ਕਿਹਦਾ? ਅਰਥ ਦਾ। ਤੇ ਇਹਦਾ ਮਤਲਬ ਵੋਲਿਊਮ ਵੀ ਕਿਹਦਾ ਲੱਗੇਗਾ? ਅਰਥ ਦਾ। ਤੇ ਅਰਥ ਦੀ ਸ਼ੇਪ ਕਿਹੜੀ ਹੁੰਦੀ ਹੈ? ਸਫੈਰਿਕਲ। ਤੇ ਸਫੀਅਰ ਦਾ ਵੋਲਿਊਮ 4 over 3 pi r cube, and what is rho? It is the density of earth. Volume into density, mass ਦੀ ਜਗ੍ਹਾ ਤੇ volume multiply by ਸਾਡੇ ਕੋਲ ਕੀ ਆ ਗਈ? density। ਤੇ ਇਹ ਸਾਡਾ ਅੰਡਰ ਰੂਟ ਦੇ ਵਿੱਚ ਹੀ ਹੈ, r ਕਿਊਬ ਨਾਲ r ਕਿਊਬ ਸਾਡਾ ਕੀ ਹੋ ਗਿਆ ਵਿੱਚੋਂ? ਕੈਂਸਲ। ਤੇ 3 ਜਿਹੜਾ ਹੈ ਉੱਪਰ ਚਲਾ ਗਿਆ। it is equal to 2 pi under root ਤੇ ਉੱਪਰ ਆ ਗਿਆ ਸਾਡੇ ਕੋਲ 3 ਤੇ ਡਿਵਾਈਡਡ ਬਾਈ ਸਾਡੇ ਕੋਲ ਆ ਗਿਆ 4, ਨਾਲ ਆ ਗਿਆ g, ਨਾਲ ਆ ਗਿਆ ਸਾਡੇ ਕੋਲ ਪਾਈ ਤੇ ਨਾਲ ਆ ਗਿਆ ਸਾਡੇ ਕੋਲ ਦੇਖੋ ਬੇਟਾ ਰੋ। ਇਹ ਵੈਲਿਊ ਸਾਡੇ ਕੋਲ ਜਿਹੜੀ ਹੈ ਇੱਥੋਂ ਤੱਕ ਸਾਡੇ ਕੋਲ ਆ ਚੁੱਕੀ ਹੈ ਐਂਡ ਇਟ ਇਜ਼ ਇਕੁਅਲ ਟੂ 2 ਨੂੰ ਇਹਦੇ ਅੰਦਰ ਲੈ ਜਾਓ। ਜਦੋਂ 2 ਨੂੰ ਅੰਡਰ ਰੂਟ ਦੇ ਅੰਦਰ ਖੜੋਗੇ ਤੇ ਸਕੁਅਰ ਕਰਕੇ ਖੜੀਦਾ। ਕੋਈ ਵੀ ਚੀਜ਼ ਜੇਕਰ ਤੁਸੀਂ ਬਾਹਰੋਂ ਸਕੁਅਰ ਰੂਟ ਦੇ ਅੰਦਰ ਖੜਨੀ ਹੈ ਉਹਦਾ ਪਹਿਲਾਂ ਸਕੁਅਰ ਕਰੀਦਾ। ਨਾਓ 2 ਦਾ ਅੰਦਰ ਜਾ ਕੇ ਸਕੁਅਰ ਕਿੰਨਾ ਹੋ ਗਿਆ? 4। ਪਾਈ ਨੂੰ ਅੰਦਰ ਖੜਨਾ ਹੈ ਕਿੰਨਾ ਹੋ ਗਿਆ? ਪਾਈ ਸਕੁਅਰ, ਨਾਲ ਕੀ ਲੱਗਾ ਸਾਡੇ ਕੋਲ 3 ਤੇ ਬਾਕੀ ਬੇਟਾ ਸਾਡੇ ਕੋਲ ਸਾਰੇ ਦਾ ਸਾਰਾ
ਆਲਰੇਡੀ ਪਹਿਲਾਂ ਹੀ ਪਿਆ ਸੀ। ਹਾਂਜੀ ਬੇਟਾ ਕਲੀਅਰ। ਹਾਂਜੀ ਵਾਟ ਇਜ਼ ਆ ਸਕੁਏਅਰ ਰੂਟ ਆਫ 4? ਸਕੁਏਅਰ ਰੂਟ 4 ਕਿੰਨਾ ਹੁੰਦਾ ਹੈ 2। ਆ ਦੇਖੋ ਜਦੋਂ ਬਾਹਰ ਆਏਗਾ ਤੇ 2 ਆ ਜਾਏਗਾ। ਸਕੁਏਅਰ ਰੂਟ ਪਾਈ ਸਕੁਏਅਰ ਉਹ ਕਿੰਨਾ ਆ ਜਾਏਗਾ ਦੇਖੋ ਬਾਹਰ ਆ ਕੇ, ਫਿਰ ਪਾਈ ਆ ਗਿਆ। ਜਦੋਂ ਵੀ ਇਹਨੂੰ ਅੰਦਰ ਖੜਨਾ ਹੈ ਸਕੁਏਅਰ ਰੂਟ ਦੇ ਅੰਦਰ ਉਹਦਾ ਪਹਿਲਾਂ ਸਕੁਏਅਰ ਕਰੀਦਾ। ਨਾਓ 4 ਨਾਲ 4 ਕੈਂਸਲ, 1 ਪਾਈ ਦੇ ਨਾਲ ਪਾਈ ਕੈਂਸਲ ਐਂਡ ਵੀ ਗੈਟ ਇਹ ਆ ਗਿਆ ਸਾਡੇ ਕੋਲ 3 ਨਾਲ ਆ ਗਿਆ ਸਾਡੇ ਕੋਲ ਪਾਈ ਡਿਵਾਈਡਡ ਬਾਈ 1 ਰਹਿ ਗਿਆ ਸਾਡੇ ਕੋਲ g ਤੇ ਨਾਲ ਰਹਿ ਗਿਆ ਰੋ ਡੈਸ਼ t। this is the formula for time period of satellite। ਇਹ ਸਾਡਾ ਜਿਹੜਾ ਫਾਰਮੂਲਾ ਹੈ ਟਾਈਮ ਪੀਰੀਅਡ ਆਫ ਸੈਟੇਲਾਈਟ ਇਨ ਟਰਮ ਆਫ ਡੈਂਸਿਟੀ। ਅਸੀਂ ਦੇਖੋ ਡੈਂਸਿਟੀ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਕਨਵਰਟ ਕੀਤਾ। ਸਾਨੂੰ ਜਿਹੜਾ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ what is the formula for time period of satellite in term of density। ਕਿਹੜਾ ਸੈਟੇਲਾਈਟ ਜਿਹੜਾ ਅਰਥ ਦੇ ਨੀਅਰ ਹੈ and it is 3 pi over 0। 0 नहीं है g into रो। 3 कांस्टेंट, पाई भी कांस्टेंट, कैपिटल G यूनिवर्सल ग्रेविटेशनल कांस्टेंट ਤੇ ਰੋ ਜਿਹੜੀ ਹੈ ਡੈਂਸਿਟੀ ਅਰਥ ਦੀ ਤੁਹਾਨੂੰ ਪਤਾ ਹੀ ਹੈ ਉਹ ਵੀ ਅਸੀਂ ਕਾਂਸਟੈਂਟ ਹਰ ਜਗ੍ਹਾ ਤੇ ਮੰਨਦੇ ਆ। ਇਹਦਾ ਮਤਲਬ ਹੈ ਟਾਈਮ ਪੀਰੀਅਡ ਜਿਹੜਾ ਹੈ ਫਿਕਸ ਹੈ ਜਿਹਦੀ ਵੈਲਿਊ ਪਹਿਲਾਂ ਵੀ ਅਸੀਂ ਕੱਢੀ ਸੀ ਕਿ 84 ਪੁਆਇੰਟ ਸਾਡੇ ਕੋਲ ਕਿੰਨਾ ਆਇਆ ਸੀਗਾ 6 ਮਿੰਟ ਆਈ ਸੀ। ਹਾਂਜੀ ਬੇਟਾ ਕਲੀਅਰ। ਇੱਕ ਚੀਜ਼ ਤੁਸੀਂ ਨੋਟ ਕੀਤੀ ਕਿ ਜਿਹੜੀ ਆਰਬਿਟਲ ਸਪੀਡ ਹੈ ਇਹ ਸੈਟੇਲਾਈਟ ਦੇ ਮਾਸ ਤੋਂ ਇੰਡੀਪੈਂਡੈਂਟ ਹੈ। ਜਿਹੜਾ ਸੈਟੇਲਾਈਟ ਹੈ ਉਹਦਾ ਜੇ ਅਸੀਂ ਮਾਸ m ਮੰਨ ਲੈਂਦੇ ਆ ਪਰ ਕਿਤੇ ਵੀ ਸਾਡੇ ਕੋਲ ਆਰਬਿਟਲ ਸਪੀਡ ਦੇ ਵਿੱਚ ਸਮਾਲ m ਨਹੀਂ ਆਇਆ। ਉਹ ਪਹਿਲਾਂ ਹੀ ਜਿਹੜਾ ਕੈਨਸਲ ਹੋ ਗਿਆ ਸੀ। ਪਿਛਲਾ ਜਿਹੜਾ ਲੈਕਚਰ ਹੈ ਉਹਨੂੰ ਧਿਆਨ ਨਾਲ ਦੇਖਣਾ ਹੈ। ਪਹਿਲਾ ਪੁਆਇੰਟ ਆਰਬਿਟਲ ਸਪੀਡ ਸੈਟੇਲਾਈਟ ਦੇ ਮਾਸ ਦੇ ਉੱਤੇ ਡਿਪੈਂਡ ਨਹੀਂ ਕਰਦੀ। ਆਰਬਿਟਲ ਸਪੀਡ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਕਿੰਨੀ ਹਾਈਟ ਦੇ ਉੱਤੇ ਸੈਟੇਲਾਈਟ ਜਿਹੜਾ ਹੈ ਉਹ ਰਿਵੋਲਵ ਕਰ ਰਿਹਾ। ਜੇ ਤੇ ਉਹ ਬਿਲਕੁਲ ਸਰਫੇਸ ਆਫ ਅਰਥ ਦੇ ਨੀਅਰ ਹੈ ਉਹਦੀ ਹਾਈਟ ਅਸੀਂ ਕਾਊਂਟ ਨਹੀਂ ਕੀਤੀ ਫਿਰ ਤੇ 84.6 ਮਿੰਟ ਹੈ। ਪਰ ਜੇ ਉਹ ਕਾਫੀ ਉਚਾਈ ਤੇ ਹੋਏਗਾ ਫਿਰ ਉਹਦਾ ਟਾਈਮ ਪੀਰੀਅਡ ਬੇਟਾ ਇੰਨਾ ਨਹੀਂ ਆਏਗਾ। ਕਲੀਅਰ। ਤੇ ਤੀਸਰਾ ਪੁਆਇੰਟ ਆਰਬਿਟਲ ਸਪੀਡ ਹਮੇਸ਼ਾ ਜਿਹੜਾ ਸਰਕੂਲਰ ਪਾਥ ਦੇ ਹਮੇਸ਼ਾ ਟੈਂਜੈਂਟ ਹੁੰਦੀ ਹੈ। ਇਹ ਸਾਡਾ ਹੈਗਾ ਆਰਬਿਟਲ ਸਪੀਡ। ਇਟ ਇਜ਼ ਦਾ ਟੈਂਜੈਂਟ ਟੂ ਦਾ ਸਰਕੂਲਰ ਰੇਡੀਅਸ। ਜਿਹੜਾ ਸਰਕੂਲਰ ਪਾਥ ਹੈ ਜਿਹਦੇ ਵਿੱਚ ਆਰਬਿਟ ਦੇ ਬਿਲਕੁਲ ਟੈਂਜੈਂਟ ਹੋਏਗੀ ਆਰਬਿਟਲ ਸਪੀਡ। ਕਿਉਂਕਿ ਸਪੀਡ ਹਮੇਸ਼ਾ ਹੁੰਦੀ ਹੀ ਵੈਲੋਸਿਟੀ ਹਮੇਸ਼ਾ ਹੀ ਜਿਹੜੀ ਹੈ ਸਰਕਲ ਦੇ ਕਿੱਧਰ ਆਉਂਦੀ ਹੈ ਟੈਂਜੈਂਟ ਜਿਹੜੀ ਹੈ ਉਹਦੀ ਡਾਇਰੈਕਸ਼ਨ ਹੁੰਦੀ ਹੈ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਆਰਬਿਟਲ ਸਪੀਡ ਬਾਰੇ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਜਿਹੜਾ ਹੈ ਉਹ ਕਲੀਅਰ ਹੋ ਗਿਆ। ਨੈਕਸਟ ਜਿਹੜਾ ਸਾਡਾ ਲੈਕਚਰ ਹੋਏਗਾ ਉਹਦੇ ਵਿੱਚ ਅਸੀਂ ਹਾਈਟ ਆਫ ਸੈਟੇਲਾਈਟ ਐਂਡ એનર્ਜੀ ਆਫ ਦੀ ਸੈਟੇਲਾਈਟ ਜਿਹੜਾ ਹੈ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।